के उम्मीदां मैं आया, रख के उम्मीदां मैं आया। मेरे खुदाया दे तू सहारा, मेरे खुदाया दे तू सहारा। रख के उम्मीदां मैं आया, रख के उम्मीदां मैं आया। मेरे खुदाया दे तू सहारा, मेरे खुदाया दे तू सहारा। रूजे समझान विच जो ने गुनाह, तू है दयालु कर दे क्षमा। रूजे समझान विच जो ने गुनाह, तू है दयालु कर दे क्षमा। अपनी कृपा दा रख साया, अपनी कृपा दा रख साया। मेरे खुदाया दे तू सहारा, मेरे खुदाया दे तू सहारा। रख के उम्मीदां मैं आया, रख के उम्मीदां मैं आया। मेरे खुदाया दे तू सहारा, मेरे खुदाया दे तू सहारा। बाप ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉਤੇ आमीन। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭਰਾਵੋ ਤੇ ਭੈਣੋ, ਅੱਜ ਮਾਂ ਕਲੀਸਿਆ ਸੰਤ ਰੋਬਰਟ ਬੈਲਰਮੈਨ ਦੀ ਯਾਦ ਮਨਾਉਂਦੀ ਹੈ, ਜੋ ਕਿ ਇੱਕ ਬਿਸ਼ਪ ਅਤੇ ਕਲੀਸਿਆ ਦਾ ਵਿਦਵਾਨ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ। ਇਟਲੀ ਦੇ ਰਹਿਣ ਵਾਲੇ ਸੀ। ਕਲੀਸਿਆ ਦੇ ਵਿੱਚ ਨਵੀਕਰਨ ਲਿਆਉਣ ਦੀ ਕੋਸ਼ਿਸ਼ ਕੀਤੀ। ਈਮਾਨ ਨੂੰ ਅਟੁੱਟ ਰੱਖਦੇ ਹੋਏ ਕਲੀਸਿਆ ਦੇ ਵਿੱਚ ਨਵੀਕਰਨ ਨੂੰ ਲਿਆਇਆ। ਅੱਜ ਮਾਂ ਕਲੀਸਿਆ ਇਸ ਮਹਾਨ ਸੰਤ ਕਲੀਸਿਆ ਦਾ ਵਿਦਵਾਨ ਸੰਤ ਦੀ ਯਾਦ ਮਨਾਉਂਦੀ ਹੈ। ਆਓ ਅਸੀਂ ਇਸ ਮਹਾਨ ਸੰਤ ਦੀ ਸਿਫਾਰਿਸ਼ ਮੰਗਦੇ ਹੋਏ ਇਸ ਪਾਕ ਮਾਸ ਦੀ ਕੁਰਬਾਨੀ ਵਿੱਚ ਹਿੱਸਾ ਲਈਏ। ਇਸ ਪਵਿੱਤਰ ਕੁਰਬਾਨੀ ਨੂੰ ਯੋਗ ਰਿਦ ਨਾਲ ਚੜਾਉਣ ਲਈ ਆਓ ਅਸੀਂ ਆਪਣੀਆਂ ਗੁਨਾਹਾਂ ਨੂੰ ਕਬੂਲ ਕਰੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਨਾਲ, ਆਪਣੇ ਹੀ ਦੋਸ਼ ਨਾਲ, ਆਪਣੇ ਬਹੁਤ ਵੱਡੇ ਦੋਸ਼ ਨਾਲ। ਇਸ ਲਈ ਮੈਂ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲੇ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਏ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਏ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ। ਏ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਏ ਖੁਦਾ, ਤੂੰ ਕੁੱਲ ਦੁਨੀਆ ਦੀ ਰਚਨਾ ਕੀਤੀ ਅਤੇ ਉਸ ਦੀ ਰਹਿਨੁਮਾਈ ਕਰਦਾ ਹੈ। ਬਖਸ਼ ਦੇ ਕਿ ਅਸੀਂ ਤੇਰੇ ਰਹਿਮ ਦੀ ਸ਼ਕਤੀ ਨੂੰ ਮਹਿਸੂਸ ਕਰੀਏ, ਤਾਂ ਜੋ ਅਸੀਂ ਪੂਰਨ ਜ਼ੋਰ ਨਾਲ ਆਪਣੇ ਆਪ ਨੂੰ ਤੇਰੀ ਸੇਵਾ ਵਿੱਚ
ਸਮਰਪਣ ਕਰ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਪਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕ ਆਮੀਨ। ਪਾਠ ਪਹਿਲਾ। ਤਿਮੋਥੀ ਦੇ ਨਾਮ ਪਹਿਲਾ ਪੱਤਰ, ਉਸ ਦਾ 6 ਬਾਬ 2 ਤੋਂ 12 ਆਇਤ ਤੱਕ। ਉਹਨਾਂ ਦੇ ਮਾਲਕ ਈਮਾਨ ਵਿੱਚ ਹਨ, ਉਹ ਇਸ ਲਈ ਉਹਨਾਂ ਉੱਤੇ ਗੁਸਤਾਖੀ ਨਾ ਕਰਨ ਕਿ ਉਹ ਈਮਾਨ ਵਿੱਚ ਉਹਨਾਂ ਦੀ ਭਾਈ ਹਨ, ਸਗੋਂ ਖਰੇ ਮਨ ਨਾਲ ਉਹਨਾਂ ਦੀ ਹੋਰ ਵੀ ਸੇਵਾ ਕਰਨ, ਕਿਉਂ ਜੋ ਜਿਨ੍ਹਾਂ ਨੂੰ ਉਹਨਾਂ ਦੀ ਸੇਵਾ ਤੋਂ ਲਾਭ ਹੁੰਦਾ ਹੈ ਉਹ ਇਮਾਨਦਾਰ ਅਤੇ ਪਿਆਰੇ ਹਨ ਅਤੇ ਭਲੇ ਕੰਮ ਕਰਦੇ ਰਹਿੰਦੇ ਹਨ। ਇਹਨਾਂ ਫਰਜ਼ਾਂ ਦੀ ਸਿੱਖਿਆ ਦੇ ਅਤੇ ਉਹਨਾਂ ਉੱਤੇ ਚੱਲਣ ਦੀ ਤਾਕੀਦ ਕਰ। ਜੇਕਰ ਕੋਈ ਇਸ ਤੋਂ ਵੱਖਰੀ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਸਹੀ ਸਮੁੱਚੇ ਵਚਨਾਂ ਨੂੰ ਨਹੀਂ ਮੰਨਦਾ ਅਤੇ ਉਸ ਸਿੱਖਿਆ ਨੂੰ ਜੋ ਧਾਰਮਿਕਤਾ ਦੇ ਅਨੁਸਾਰ ਹੈ ਨਹੀਂ ਮੰਨਦਾ, ਤਾਂ ਸਮਝ ਲਵੀਂ ਕਿ ਉਹ ਕਮੰਡ ਨਾਲ ਭਰਿਆ ਹੋਇਆ ਹੈ ਅਤੇ ਕੁਝ ਨਹੀਂ ਸਮਝਦਾ। ਉਸ ਨੂੰ ਵਾਦ ਵਿਵਾਦ ਅਤੇ ਫਜ਼ੂਲ ਗੱਲਾਂ ਉੱਤੇ ਬਹਿਸ ਕਰਨ ਦੀ ਬਿਮਾਰੀ ਹੈ, ਜਿਨ੍ਹਾਂ ਵਿੱਚੋਂ ਈਰਖਾ, ਫੁੱਟ, ਨਿੰਦਾ, ਬੁਰੀ ਤਰ੍ਹਾਂ ਦੇ ਸ਼ੱਕ ਅਤੇ ਆਪਸ ਦੇ ਝਗੜੇ ਪੈਦਾ ਹੁੰਦੇ ਹਨ। ਜੋ ਲੋਕ ਸੱਚਾਈ ਤੋਂ ਵਾਂਝੇ ਹਨ ਅਤੇ ਜਿਨ੍ਹਾਂ ਦੇ ਮਨ ਭ੍ਰਿਸ਼ਟ ਹੋ ਚੁੱਕੇ ਹਨ, ਉਹ ਇਹ ਸਮਝਦੇ ਹਨ ਕਿ ਧਾਰਮਿਕਤਾ ਭਗਤੀ ਲਾਭ ਉਠਾਉਣ ਦਾ ਇੱਕ ਜ਼ਰੀਆ ਹੈ। ਪਰ ਤੂੰ ਆਪਣੇ ਆਪ ਨੂੰ ਅਜਿਹੇ ਲੋਕਾਂ ਤੋਂ ਪਰਾਂ ਰੱਖ। ਬਿਨਾਂ ਸ਼ੱਕ ਧਾਰਮਿਕਤਾ ਤੋਂ ਬੜਾ ਲਾਭ ਹੈ ਜੇ ਉਹ ਸੰਤੁਸ਼ਟੀ ਨਾਲ ਜੁੜੀ ਹੋਵੇ, ਕਿਉਂ ਜੋ ਅਸੀਂ ਸੰਸਾਰ ਵਿੱਚ ਆਪਣੇ ਨਾਲ ਕੁਝ ਲੈ ਕੇ ਨਹੀਂ ਆਏ, ਸੋ ਯਕੀਨੀ ਹੈ ਕਿ ਇੱਥੇ ਅਸੀਂ ਕੁਝ ਵੀ ਨਾਲ ਖੜ ਨਹੀਂ ਸਕਦੇ। ਪਰ ਜੇਕਰ ਸਾਡੇ ਕੋਲ ਭੋਜਨ ਅਤੇ ਕੱਪੜਾ ਹੈ ਤਾਂ ਇਹਨਾਂ ਨਾਲ ਅਸੀਂ ਸੰਤੁਸ਼ਟ ਰਹਾਂਗੇ। ਪਰ ਜੋ ਲੋਕ ਧੰਨਵਾਦ ਬਣਨ ਦੇ ਚਾਹਵਾਨ ਹਨ, ਉਹ ਅਜ਼ਮਾਇਸ਼ਾਂ ਵਿੱਚ ਪੈ ਜਾਂਦੇ ਹਨ ਅਤੇ ਉਹ ਬਹੁਤ ਸਾਰੀਆਂ ਵਿਅਰਥ ਅਤੇ ਨੁਕਸਾਨ ਕਰਨ ਵਾਲੀਆਂ ਲਾਲਸਾਵਾਂ ਦੇ ਫੰਦੇ ਵਿੱਚ ਫਸਦੇ ਜਾਂਦੇ ਹਨ, ਜੋ ਉਹਨਾਂ ਨੂੰ ਬਰਬਾਦੀ ਅਤੇ ਪਤਨ ਦੇ ਟੋਏ ਵਿੱਚ ਡੇਗ ਦਿੰਦੀਆਂ ਹਨ। ਕਿਉਂਕਿ ਤਨ ਦਾ ਮੋਹ ਸਭ ਬੁਰਾਈਆਂ ਦੀ ਜੜ ਹੈ ਅਤੇ ਧਨਵਾਨ ਬਣਨ ਦੀ ਆਪਣੀ ਇਸ ਲਾਲਸਾ ਵਿੱਚ ਕਈ ਲੋਕ ਈਮਾਨ ਦੇ ਰਾਹ ਤੋਂ ਗੁੰਮਰਾਹ ਹੋ ਗਏ ਹਨ ਅਤੇ ਉਹਨਾਂ ਆਪਣੇ ਆਪ ਨੂੰ ਬਹੁਤ ਸਾਰੀਆਂ ਪੀੜਾਂ ਨਾਲ ਵਿੰਨ ਰੱਖਿਆ ਹੈ। ਪਰ ਤੂੰ ਖੁਦਾ ਦੇ ਬੰਦੇ, ਜਿੱਥੋਂ ਤੱਕ ਤੇਰਾ ਸਵਾਲ ਹੈ, ਇਸ ਸਭ ਤੋਂ ਦੂਰ ਰਹੀਂ। ਤੂੰ ਧਾਰਮਿਕਤਾ, ਭਗਤੀ, ਈਮਾਨ, ਪਿਆਰ, ਧੀਰਜ ਅਤੇ ਨਿਮਰਤਾ ਦੀ ਪੈਰਵੀ ਕਰ। ਈਮਾਨ ਦੀ ਚੰਗੀ ਲੜਾਈ ਲੜ, ਅਨੰਤ ਜੀਵਨ ਦੀ ਪਕੜ ਕਰ, ਜਿਸ ਦੇ ਲਈ ਤੂੰ ਬੁਲਾਇਆ ਗਿਆ ਹੈ ਅਤੇ ਜਿਸ ਦੇ ਲਈ ਤੂੰ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਸਹੀ ਗਵਾਹੀ ਦਿੱਤੀ ਹੈ। ਪ੍ਰਭੂ ਦੀ ਬਾਣੀ। ਖੁਦਾ ਦਾ ਸ਼ੁਕਰ ਹੋਵੇ। ਤੇਰੀ ਹੈ ਅਕਲ ਦੇ ਵਿੱਚ ਕੀਤਾ, ਤੇਰੀ ਰਹਿਮਤ ਤੇ ਪਿਆਰ, ਭਰਪੂਰ ਹੱਥ ਸਜਾ ਤੇਰਾ, ਸੱਚਾਈ ਨਾਲ ਰਹਿਮਾਨ, ਭਰਪੂਰ ਹੱਥ ਸਜਾ ਤੇਰਾ, ਸੱਚਾਈ ਨਾਲ ਰਹਿਮਾਨ।
नाम पाके है जे हाँ तेरा, हाँ ते ही है खुदा। नाम पाके है जे हाँ तेरा, हाँ ते ही है खुदा। ज़मीन दिया दाती कर तेरी है सदा। ज़मीन दिया दाती कर हम तेरी है सदा। तेरी है अकल दे विच कीता, तेरी रहमते ते भरपूर हाथ सजा तेरा, सच्चाई नाल रहमान, सच्चाई नाल रहमान, सच्चाई नाल रहमान। सृष्टि के मालिक तुम ही हो, सारी सृष्टि के रक्षक तुम ही हो। करते हैं तुमको सादर प्रणाम, गाते हैं तेरे ही गुणगान। सारी सृष्टि के मालिक तुम ही हो, सारी सृष्टि के रक्षक तुम ही हो। करते हैं तुमको सादर प्रणाम, गाते हैं तेरे ही गुणगान। हालेलुया, 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 प्रभु तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਲੂਕਾ ਦੇ ਅਨੁਸਾਰ ਹੈ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਇਸ ਤੋਂ ਛੇਤੀ ਹੀ ਬਾਅਦ ਉਹ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਜਾ ਕੇ ਉਪਦੇਸ਼ ਦਿੰਦਾ ਰਿਹਾ ਅਤੇ ਖੁਦਾ ਦੇ ਰਾਜ ਦੇ ਬਾਰੇ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਦਾ ਰਿਹਾ। 12 ਚੇਲੇ ਉਸ ਦੇ ਨਾਲ ਸਨ ਅਤੇ ਕੁਝ ਔਰਤਾਂ ਵੀ ਜੋ ਅਸ਼ੁੱਧ ਆਤਮਾਵਾਂ ਅਤੇ ਬਿਮਾਰੀਆਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ। ਮਰੀਅਮ ਜੋ ਮਗਦਲੀਨੀ ਅਖਵਾਉਂਦੀ ਸੀ, ਜਿਸ ਵਿੱਚੋਂ 7 ਭੂਤ ਨਿਕਲੇ ਸਨ। ਹੈਰੋਦੇਸ ਦੇ ਦੀਵਾਨ ਚੂਸਾ ਦੀ ਪਤਨੀ ਯੋਹੰਨਾ ਅਤੇ ਹੋਰ ਬਹੁਤ ਸਾਰੀਆਂ ਜੋ ਆਪਣੀ ਸੰਪਤੀ ਨਾਲ ਉਹਨਾਂ ਦੀ ਲੋੜ ਵੇਲੇ ਮਦਦ ਕਰਦੀਆਂ ਸਨ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਵੋ ਤੇ ਭੈਣੋ, ਅੱਜ ਦਾ ਪਹਿਲਾ ਪਾਠ ਜੋ ਅਸੀਂ ਸੰਤ ਪੌਲਸ ਦਾ ਤਿਮੋਥਿਉਸ ਨੂੰ ਸੁਣਿਆ, ਉਸ ਪਾਠ ਦੇ ਵਿੱਚ ਸੰਤ ਪੌਲਸ ਤਿਮੋਥੀ ਨੂੰ ਇੱਕ ਬਹੁਤ ਵੱਡੀ ਉਪਦੇਸ਼ ਦਿੰਦਾ ਹੈ, ਜੋ ਕਿ ਸਾਡੇ ਸਾਰਿਆਂ ਲਈ ਵੀ ਹੈ। ਸੰਤ ਪੌਲਸ ਆਖਦੇ ਹਨ, ਜਦੋਂ ਇਨਸਾਨ ਇਸ ਧਰਤੀ ਉੱਤੇ ਆਉਂਦੇ ਸਮੇਂ ਆਪਣੇ ਨਾਲ ਕੁਝ ਲੈ ਕੇ ਨਹੀਂ ਆਇਆ। ਇਸ ਲਈ ਯਕੀਨੀ ਹੈ ਜਦੋਂ ਇਨਸਾਨ ਇਸ ਧਰਤੀ ਨੂੰ ਛੱਡ ਕੇ ਜਾਣਾ ਹੈ, ਉਸ ਸਮੇਂ ਆਪਣੇ ਨਾਲ ਕੁਝ ਖੜ ਨਹੀਂ ਸਕਦਾ। ਅਸੀਂ
ਇਸ ਸੱਚਾਈ ਨੂੰ ਜ਼ਰੂਰ ਜਾਣਦੇ ਹਾਂ, ਪਰ ਸਾਡਾ ਜ਼ਿੰਦਗੀ ਇਸ ਤਰ੍ਹਾਂ ਦਾ ਹੁੰਦਾ ਹੈ ਵੇਖਣ ਨੂੰ ਕਿ ਅਸੀਂ ਇਸ ਸੱਚਾਈ ਨੂੰ ਹਮੇਸ਼ਾ ਭੁੱਲ ਜਾਂਦੇ ਹਾਂ। ਅੰਜੀਲ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਕੁਝ ਲੋਕਾਂ ਨੂੰ ਵੇਖਦੇ ਹਾਂ ਜਿਨ੍ਹਾਂ ਨੇ ਇਸ ਸੱਚਾਈ ਨੂੰ ਚੰਗੀ ਤਰ੍ਹਾਂ ਸਮਝਿਆ। ਪ੍ਰਭੂ ਯਿਸੂ ਮਸੀਹ ਦੇ ਚੇਲੇ ਜੋ ਹਮੇਸ਼ਾ ਉਸ ਦੇ ਨਾਲ ਸੀ, ਅਤੇ ਅੱਜ ਦਾ ਅੰਜੀਲ ਕੁਝ ਔਰਤਾਂ ਦੇ ਬਾਰੇ ਵੀ ਦੱਸਦੇ ਹਨ। ਉਹਨਾਂ ਦਾ ਨਾਂ ਲੈ ਕੇ ਕੁਝ ਔਰਤਾਂ ਜਿਸ ਤਰ੍ਹਾਂ ਮਰੀਅਮ ਮਗਦਲੀਨੀ, ਯੋਅੰਨਾ, ਸੂਸਨ, ਇੱਦਾਂ ਦੇ ਕੁਝ ਔਰਤਾਂ ਪ੍ਰਭੂ ਯਿਸੂ ਮਸੀਹ ਦੇ ਨਾਲ ਚੱਲਦੇ ਸਨ, ਉਸ ਦੀ ਸੇਵਾ ਕਰਦੇ ਸਨ ਅਤੇ ਪ੍ਰਚਾਰ ਦੇ ਕੰਮਾਂ ਦੇ ਵਿੱਚ ਵੱਖ-ਵੱਖ ਲੋੜਾਂ ਦੇ ਵਿੱਚ ਉਹ ਆਪਣੇ ਤਨ ਸੰਪਤੀ ਨਾਲ ਪ੍ਰਭੂ ਯਿਸੂ ਮਸੀਹ ਦਾ ਮਦਦ ਕਰਦੇ ਸੀ। ਇਹ ਔਰਤਾਂ ਸੱਚਮੁੱਚ ਇਹ ਗੱਲ ਜਾਣਦੇ ਸੀ ਜੋ ਸੱਚਾਈ ਸੰਤ ਪੌਲੁਸ ਪਹਿਲਾ ਪਾਠ ਰਾਹੀਂ ਦੱਸਦੇ ਹਨ ਕਿ ਇਨਸਾਨ ਧਰਤੀ ਉੱਤੇ ਆਉਣ ਦੇ ਸਮੇਂ ਕੁਝ ਲੈ ਕੇ ਨਹੀਂ ਆਉਂਦਾ ਅਤੇ ਇਸ ਸੰਸਾਰ ਨੂੰ ਛੱਡ ਕੇ ਜਾਣ ਦਾ ਸਮਾਂ ਕੁਝ ਨਾਲ ਖੜਦਾ ਨਹੀਂ। ਇਸ ਲਈ ਇਹ ਔਰਤਾਂ ਆਪਣੇ ਤਨ ਸੰਪਤੀ ਨਾਲ ਅੰਜੀਲ ਦਾ ਪ੍ਰਚਾਰ ਲਈ ਆਪਣਾ ਤਨ ਸੰਪਤੀ ਨੂੰ ਵਰਤਦੇ ਹਨ। ਅੱਜ ਵੀ ਇਸ ਔਰਤਾਂ ਦੇ ਵਾਂਗ ਬਹੁਤ ਸਾਰੇ ਲੋਕਾਂ ਨੂੰ ਅਸੀਂ ਸਾਡੇ ਪੈਰਿਸ਼ਾਂ ਦੇ ਵਿੱਚ, ਸਾਡੀ ਕਲੀਸਿਆ ਦੇ ਵਿੱਚ ਅਸੀਂ ਵੇਖਦੇ ਹਾਂ ਜੋ ਭਾਵੇਂ ਗੁਪਤ ਰੂਪ ਦੇ ਵਿੱਚ ਅੰਜੀਲ ਦੇ ਪ੍ਰਚਾਰ ਪ੍ਰਸਾਰ ਦੇ ਲਈ ਆਪਣਾ ਯੋਗਦਾਨ ਪਾਉਂਦੇ ਹਨ। ਪਿਆਰੇ ਭਰਾਓ ਤੇ ਭੈਣੋ, ਸਾਨੂੰ ਵੀ ਸੰਤ ਪੌਲੁਸ ਦਾ ਇਹ ਸਿੱਖਿਆ ਨੂੰ ਆਪਣੇ ਦਿਲ ਵਿੱਚ ਹਮੇਸ਼ਾ ਰੱਖਣਾ ਚਾਹੀਦਾ ਹੈ ਅਤੇ ਸਿਰਫ ਅੰਜੀਲ ਦੇ ਪ੍ਰਸਾਰ ਲਈ ਨਹੀਂ, ਸਗੋਂ ਜੋ ਕੁਝ ਖੁਦਾ ਨੇ ਸਾਨੂੰ ਦਿੱਤਾ ਹੈ ਉਸ ਨੂੰ ਅਸੀਂ ਦੂਜਿਆਂ ਦੇ ਨਾਲ ਸਾਂਝਾ ਕਰੀਏ। ਨਾ ਸਿਰਫ ਤਨ ਸੰਬੰਧੀ, ਖੁਦਾ ਨੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਹਨ, ਸਾਡੇ ਵਿੱਚ ਬਹੁਤ ਸਾਰੀਆਂ ਖੂਬੀਆਂ ਨਾਲ ਖੁਦਾ ਨੇ ਸਾਨੂੰ ਇਸ ਸੰਸਾਰ 'ਚ ਭੇਜਿਆ। ਅਸੀਂ ਉਹਨਾਂ ਸਭ ਨੂੰ ਸਭ ਤੋਂ ਪਹਿਲਾਂ ਖੁਦਾ ਦੇ ਰਾਜ ਲਈ ਅਤੇ ਖੁਦਾ ਦੇ ਲੋਕਾਂ ਲਈ ਸਾਨੂੰ ਸਾਂਝਾ ਕਰਨਾ ਚਾਹੀਦਾ ਹੈ। ਉਹਨਾਂ ਔਰਤਾਂ ਦੇ ਵਾਂਗ ਜੋ ਪਰਦੇ ਦੇ ਪਿੱਛੇ ਰਹਿੰਦੇ, ਅਸੀਂ ਅੰਜੀਲ ਦੇ ਵਿੱਚ ਹੋਰ ਥਾਵਾਂ ਦੇ ਵਿੱਚ ਇਹਨਾਂ ਦੇ ਨਾਂ ਜ਼ਿਆਦਾ ਸੁਣਦੇ ਨਹੀਂ ਹੈ। ਉਹ ਹਮੇਸ਼ਾ ਪਰਦੇ ਪਿੱਛੇ ਰਹਿੰਦਾ ਸੀ, ਪਰ ਖੁਦਾ ਦੇ ਕੰਮ ਲਈ ਹਮੇਸ਼ਾ ਆਪਣਾ ਸਭ ਕੁਝ ਅਰਪਣ ਕਰਦੇ ਰਹਿੰਦੀ ਸੀ। ਇਸੇ ਤਰ੍ਹਾਂ ਆਓ ਅਸੀਂ ਵੀ ਜੋ ਕੁਝ ਖੁਦਾ ਨੇ ਸਾਨੂੰ ਦਿੱਤਾ, ਖੁਦਾ ਦੇ ਲੋਕਾਂ ਦੇ ਸੇਵਾ ਲਈ ਅਰਪਣ ਕਰੀਏ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ। कबूल करो यीशु, कबूल करो, पास मैं तेरे आया हूँ। कबूल करो यीशु, कबूल करो, दिल का चढ़ावा लाया हूँ। कबूल करो, कबूल करो, कबूल करो, कबूल करो, कबूल करो यीशु, कबूल करो, पास मैं तेरे आया हूँ। कबूल करो यीशु, कबूल करो, दिल का चढ़ावा लाया हूँ।
तुझसे दूर था, यूं लगता था जैसे कि मुझ में प्राण नहीं। तुझसे दूर था, यूं लगता था जैसे कि मुझ में प्राण नहीं। तूने अपनाया है मुझको, इससे बड़ा सम्मान नहीं, इससे बड़ा सम्मान नहीं। प्रेम से मेरा दामन भरो, पास मैं तेरे आया हूँ। कबूल करो यीशु, कबूल करो, दिल का चढ़ावा लाया हूँ। कबूल करो, कबूल करो, कबूल करो, कबूल करो, कबूल करो यीशु, कबूल करो, पास मैं तेरे आया हूँ। कबूल करो यीशु, कबूल करो, दिल का चढ़ावा लाया हूँ। दिल का चढ़ावा लाया हूँ, दिल का चढ़ावा लाया हूँ। ਭਰਾਵੋ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਏ ਪ੍ਰਭੂ, ਆਪਣੇ ਲੋਕਾਂ ਦੀਆਂ ਭੇਂਟਾਂ ਅਤੇ ਦੁਆਵਾਂ ਨੂੰ ਮਿਹਰ ਨਾਲ ਕਬੂਲ ਕਰ। ਬਖਸ਼ ਦੇ ਕਿ ਸਾਡੇ ਵਿੱਚੋਂ ਹਰ ਕੋਈ ਜੋ ਕੁਝ ਤੇਰੀ ਮਹਿਮਾ ਲਈ ਚੜਾਉਂਦਾ ਹੈ, ਉਹ ਸਾਰਿਆਂ ਲਈ ਨਜਾਤ ਦਾ ਵਸੀਲਾ ਬਣੇ। ਸਾਡੇ ਪ੍ਰਭੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ। ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹਦੇ ਵਿੱਚ ਤੂੰ ਸਾਰੀਆਂ ਚੀਜ਼ਾਂ ਨੂੰ ਨਵਾਂ ਬਣਾਇਆ ਅਤੇ ਸਾਨੂੰ ਸਾਰਿਆਂ ਨੂੰ ਉਹਦੇ ਖਜ਼ਾਨਿਆਂ ਦੇ ਹਿੱਸੇਦਾਰ ਬਣਾ ਦਿੱਤਾ ਹੈ। ਉਸਨੇ ਖੁਦਾ ਹੋ ਕੇ ਵੀ ਆਪਣੇ ਖੁਦਾਈ ਸਰੂਪ ਨੂੰ ਢੱਕ ਲਿਆ ਅਤੇ ਸਲੀਬ ਤੇ ਵਹਾਏ ਆਪਣੇ ਲਹੂ ਨਾਲ ਦੁਨੀਆ ਵਿੱਚ ਸ਼ਾਂਤੀ ਲਿਆਂਦੀ। ਇਸ ਲਈ ਉਹ ਸਾਰੀ ਸ੍ਰਿਸ਼ਟੀ ਤੋਂ ਉੱਚਾ ਕੀਤਾ ਗਿਆ ਅਤੇ ਉਸ ਦੀ ਸੇਵਾ ਕਰਨ ਵਾਲੇ ਸਾਰਿਆਂ ਲਈ ਉਹ ਸਦੀਵੀ ਜੀਵਨ ਦਾ ਸੋਮਾ ਬਣ ਗਿਆ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਜੱਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਏ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ, ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ। ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਓ।
ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਇਹ ਮਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਇਹ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀ ਏਕਤਾ ਵਿੱਚ ਬਚੇ ਰਹੀਏ। ਏ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪਾਂ ਫ੍ਰੈਂਕੋ ਅਤੇ ਐਗਨੈਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉਠਣ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ। ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਇਹ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਤਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰਸਨ ਦੀ ਯੂਸਫ ਦੇ ਨਾਲ, ਤਨ ਰਸੂਲਾਂ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਪੂਰੀ ਕੁਦਰਤ ਵਾਲੇ ਖੁਦਾ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੁਮ ਸਦਾ ਤੀਕ। ਆਮੀਨ। ਸਾਡੇ ਮੁਕਤੀਦਾਤੇ ਦੇ ਹੁਕਮ ਦੇ ਮੁਤਾਬਿਕ ਅਤੇ ਉਸ ਦੇ ਖੁਦਾਈ ਸਿੱਖਿਆ ਦੇ ਅਨੁਸਾਰ ਅਸੀਂ ਇਹ ਆਖਣ ਦੀ ਦਲੇਰੀ ਕਰਦੇ ਹਾਂ, ਇਹ ਸਾਡੇ ਬਾਪ ਜਿਹੜਾ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ, ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਇਹ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਇਹ ਪ੍ਰਭੂ ਯਿਸੂ ਮਸੀਹਾ,
ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜੀਵੰਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਦੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜੇ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਸਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਮੇਰੇ ਕੋਲਿਆ ਪਿਆਰੇ ਸ਼ਾਫੀਆ, ਨੂਰੀ ਚਿਹਰੇ ਦੀ ਹਲਕੇ ਦਿਖਾ ਜਾ। ਮੇਰੇ ਕੋਲਿਆ ਪਿਆਰੇ ਸ਼ਾਫੀਆ, ਨੂਰੀ ਚਿਹਰੇ ਦੀ ਝਲਕ ਦਿਖਾ ਜਾ। बिन तेरे मैं चैन न पावा, रात दिन मैं तेनू बुलावा। बिन तेरे मैं चैन न पावा, रात दिन मैं तेनू बुलावा, तेनू बुलावा। मेरे कोलिया प्यारे शाफिया, नूरी चेहरे दी झलक दिखा जा। मेरे कोलिया प्यारे शाफिया, नूरी चेहरे दी झलक दिखा जा। नूरी चेहरे दी झलक दिखा जा। नूरी चेहरे दी झलक दिखा जा। ਅਸੀਂ ਪ੍ਰਾਰਥਨਾ ਕਰੀਏ। ਏ ਖੁਦਾ ਸਾਡੇ ਬਾਪ, ਬਖਸ਼ ਦੇ ਕਿ ਇਸ ਸੈਕਰਾਮੈਂਟ ਦੀ ਸ਼ਕਤੀ ਸਾਡੇ ਬਦਨ ਅਤੇ ਰੂਹ ਉੱਤੇ ਕਾਬੂ ਪਾਵੇ, ਤਾਂ ਜੋ ਸਾਡੇ ਵਿੱਚ ਸਾਡੀਆਂ ਆਪਣੀਆਂ ਇੱਛਾਵਾਂ ਨਹੀਂ ਸਗੋਂ ਤੇਰੇ ਰੂਹ ਪਾਕ ਦੀ ਸ਼ਕਤੀ ਛਾ ਜਾਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲੇ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ, ਸ਼ਾਂਤੀ ਨਾਲ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ। याद कर ए निहायत मेहरबान कुआरी मरियम, भई कदे नहीं सुनिया गया कि कोई भी तेरी पनाह लभदियां
ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਧਾਰੀ ਹੋਏ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣੀ ਅਤੇ ਕਬੂਲ ਕਰੀ। ਆਮੀਨ। ਹਜ਼ਰਤ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਹੋਵੇ ਤੈਨੂੰ ਸਲਾਮ ਰਾਣੀ ਅਸਮਾਨਾਂ ਦੀਏ, ਹੋਵੇ ਤੈਨੂੰ ਸਲਾਮ ਰਾਣੀ ਅਸਮਾਨਾਂ ਦੀਏ। ਤੈਨੂੰ ਕਰਨ ਸਲਾਮ ਸਲਾਮਾ ਲਾਇਕ ਸਲਾਮਾ, ਤੈਨੂੰ ਕਰਨ ਸਲਾਮ ਸਲਾਮਾ ਲਾਇਕ ਸਲਾਮਾ। ਕੁੱਲ ਨਸਲਾਂ ਖਾਸ ਤਿਆਮਾ, ਖਾਸ ਤਿਆਮਾ ਵਿੱਚ ਜਗਤ ਤਮਾਮ ਰਾਣੀ ਅਸਮਾਨਾਂ ਦੀਏ। ਹੋਵੇ ਤੈਨੂੰ ਸਲਾਮ ਰਾਣੀ ਅਸਮਾਨਾਂ ਦੀਏ, ਹੋਵੇ ਤੈਨੂੰ ਸਲਾਮ ਰਾਣੀ ਅਸਮਾਨਾਂ ਦੀਏ, ਹੋਵੇ